ने श्रवण कीता है, जिस दी विचार ज्ञानी इकबाल सिंह जी लुधियाने वाले पिछले समय ਦੇ ਵਿੱਚ ਵੀ ਪਿਛਲੇ ਮਹੀਨੇ ਵਿੱਚ ਵੀ ਇਹ ਸ਼ਬਦ ਦੀ ਵਿਚਾਰ ਕਰਕੇ ਗਏ ਸਨ, ਜਿਨ੍ਹਾਂ ਤੇ ਬੜੀ ਸਤਿਗੁਰੂ ਦੀ ਕਿਰਪਾ ਹੈ। ਗੁਰੂ ਦੀ ਕਿਰਪਾ ਤੋਂ ਬਗੈਰ ਇਹ ਸੇਵਾ ਮਿਲਦੀ ਹੀ ਨਹੀਂ, ਤੇ ਗੁਰੂ ਦੀ ਕਿਰਪਾ ਤੋਂ ਬਗੈਰ ਸਾਧ ਸੰਗਤ ਵਿੱਚ ਆਉਣ ਦਾ ਵੀ ਸੁਭਾਗ ਸਮਾਂ ਨਹੀਂ ਪ੍ਰਾਪਤ ਹੁੰਦਾ। ਇਹ ਦੋਨੋਂ ਗੱਲਾਂ ਨੇ। ਜੇ ਗੁਰੂ ਦੀ ਕਿਰਪਾ ਹੋਵੇ ਤੇ ਉਹ ਸਾਧ ਸੰਗਤ ਵਿੱਚ ਆਉਂਦਾ ਹੈ, ਗੁਰੂ ਦੀ ਕਿਰਪਾ ਹੋਵੇ ਤੇ ਉਹ ਆਇਆ ਹੋਇਆ ਸਰੋਤਿਆਂ ਦੇ ਨਾਲ ਗੁਰ ਸ਼ਬਦ ਦੀ ਸਾਂਝ ਪਾਉਂਦਾ ਹੈ। ਗੁਰੂ ਕਿਰਪਾ ਕਰਨ, ਆਪਣੀ ਸੇਵਾ ਆਪ ਲੈਣ। ਆਓ ਬੜੇ ਪਿਆਰ ਦੇ ਨਾਲ ਕੁਝ ਸਮਾਂ ਟਿਕ ਕੇ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਜਿਸ ਮਰਨੈ ਤੇ ਜਗ ਡਰੈ, ਮੇਰੇ ਮਨ ਆਨੰਦ ਮਰਨੈ ਹੀ ਤੇ ਪਾਈਐ, ਪੂਰਨ ਪਰਮਾਨੰਦ। कबीर मोहि मरने का चाओ है, मरूं ता हर के दुआर। मत हर पूछे कौन है, परा हमारे पार। वाहिगुरु जी का खालसा, वाहिगुरु जी की फतेह। प्यार नाल सब आखो जी, वाहिगुरु जी का खालसा, वाहिगुरु जी की फतेह। पातशाह दे पातशाह, शहनशाह दे शहनशाह, लोक परलोक दे सहायक, सर्व सुखदाता, इच्छा पूरक गुरुदेव, धन 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 श्री गुरु ग्रंथ साहिब महाराज जी ने अपार बख्शिश की है। ਵੱਡੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਨਾਨਕ ਪਿਆਉ ਸਾਹਿਬ ਵਿਖੇ ਜੁੜ ਬੈਠਣ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਲਾਸਾਨੀ ਬੇਮਿਸਾਲ ਸ਼ਹੀਦੀਆਂ ਦੇ ਦਿਹਾੜੇ ਚੱਲ ਰਹੇ ਹਨ। ਦਿੱਲੀ ਦੀ ਧਰਤੀ ਤੇ ਚਾਂਦਨੀ ਚੌਕ ਵਿਖੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਮਹਾਨ ਸ਼ਹਾਦਤ ਤੋਂ ਪਹਿਲਾਂ ਤਿੰਨ ਮਹਾਨ ਗੁਰੂ ਕੇ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਉਹਨਾਂ ਦੀ ਮਹਾਨ ਸ਼ਹਾਦਤ ਹੋਈ ਹੈ। ਸ਼ਹੀਦੀ ਦਿਹਾੜੇ ਹਨ। ਸੋ ਆਓ ਜਿੱਥੇ ਲੜੀਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਬਚਨਾਂ ਦੀ ਵਿਚਾਰ ਨਾਲ ਆਪਾਂ ਜੁੜਨਾ ਹੈ, ਉੱਥੇ ਨਾਲ ਹੀ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੀਨ, ਮਹਾਨ ਗੁਰਸਿੱਖਾਂ ਦੀਆਂ ਕਥਾਵਾਂ, ਸਤਿਗੁਰ ਦੇ ਜੀਵਨ ਦੀਆਂ ਅਮੋਲਕ ਸਾਖੀਆਂ, ਇਤਿਹਾਸਕ ਪੱਖ, ਸਤਿਗੁਰ ਜੀ ਆਪ ਸੇਵਾ ਲੈ ਲੈਣ। ਆਓ ਜਿੱਥੇ ਸਰੀਰ ਕਰਕੇ ਬੈਠਿਆਂ ਤੇ ਸੁਰਤ ਕਰਕੇ ਮਨ ਕਰਕੇ ਵੀ ਗੁਰੂ ਚਰਨ 'ਚ ਲਗਾਈਏ ਹਾਜ਼ਰੀ
ਕਰੋ ਕਿਰਪਾ ਪਿਆਰ ਤੇ ਅਦਬ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਕਿਰਪਾ, ਕਿ ਰਸਨਾ ਦੇ ਨਾਲ ਨਹੀਂ, ਅੰਦਰੋਂ ਭਿੱਜ ਕੇ ਅੰਦਰੋਂ ਜਪੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਛੰਦ, ਪੰਜਾਬੀ ਚ ਛੰਦ ਵੀ ਆਖਦੇ ਹਨ। ਇਸ ਚ ਜ਼ਿਆਦਾ 6 ਪਦੇ ਹੁੰਦੇ ਹਨ। ਅਸ਼ਟਪਦੀ ਚ 8 ਪਦੇ, 16 ਚ 16 ਪਦੇ ਹੁੰਦੇ ਹਨ। ਪੰਜ ਦੂ ਪਦੇ, 30 ਪਦੇ, 4 ਪਦੇ, 5 ਪਦੇ। ਛੰਦ ਚ 6 ਪਦੇ ਹੁੰਦੇ ਹਨ ਵੈਸੇ, ਪਰ ਧੁਰ ਦਰਗਾਹੀ ਬਾਣੀ 4-4 ਪਦੇ ਵੀ ਹਨ, 4-4 ਪੰਕਤੀਆਂ ਵੀ, 6-6 ਪੰਕਤੀਆਂ ਵੀ ਹਨ। ਇੱਥੇ ਜਿਹੜਾ ਪਹਿਲਾ ਪਦਾ, ਇਸ ਵਿੱਚ 6 ਪੰਕਤੀਆਂ ਹਨ ਤੇ ਉਸ ਤੋਂ ਪਹਿਲਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਨੂੰ ਬਚਨ ਕੀਤਾ, ਕਹਿੰਗੇ ਇਹ ਛੰਦ ਵਾਲੀ ਬਾਣੀ ਲਿਖਣ ਤੋਂ ਪਹਿਲਾਂ ਨਾ ਜੋ ਗੁਰੂ ਘਰ ਦਾ ਮੂਲ ਸਿਧਾਂਤ ਹੈ, ਜੋ ਮੂਲ ਮੰਤਰ ਹੈ, ਮੁੱਢਲਾ ਉਪਦੇਸ਼ ਉਹ ਅੰਕਿਤ ਕਰੋ। ਸੰਖੇਪ ਵਿੱਚ ਕਰ ਦਵੋ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮੁੱਢਲਾ ਸਿਧਾਂਤ ਹੈ, ਜਿੱਦਾਂ ਪਹਿਲਾਂ ਵੀ ਇੱਕ ਗਾਥਾ ਆਪਾਂ ਵਿਚਾਰੀ ਸੀ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਘੋੜੇ ਉੱਪਰ ਅਸਵਾਰ ਹੋਣ ਲੱਗੇ। ਕੁਝ ਗੁਰੂ ਕੇ ਸਿੱਖ ਨਜ਼ਦੀਕ ਖੜੇ ਹਨ, ਦਰਸ਼ਨ ਦਿਦਾਰੇ ਕਰ ਰਹੇ ਪਿਆਰ ਚ। ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਚੋਚ ਵਰਤਾਉਂਦੇ ਬਚਨ ਕੀਤੇ, ਕਹਿੰਗੇ ਅਸੀਂ ਘੋੜੇ ਤੇ ਅਸਵਾਰ ਹੋਣ ਲੱਗੇ ਹਾਂ, ਆਪਣਾ ਕਦਮ ਰਕਾਬ ਤੇ ਟਿਕਾ ਕੇ ਪਲਾਕੀ ਮਾਰ ਕੇ ਅਸੀਂ ਅਸਵਾਰ ਹੋਣਾ ਹੈ। ਤੇ ਇਤਨੇ ਸੱਚ ਕੋਈ ਗੁਰੂ ਕਾ ਸਿੱਖ ਹੈ ਜਿਹੜਾ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਾਵੇ। ਸਤਿਗੁਰ ਦੀਆਂ ਰਮਜਾਂ, ਸਤਿਗੁਰ ਦੇ ਚੋਜ, ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਸੁਣ ਕੇ ਸਿੱਖ ਹੈਰਾਨ ਹੋ ਗਏ। ਇਤਨੇ ਘੱਟ ਸਮੇਂ 'ਚ 5700 ਤੇ ਕੁਝ ਸ਼ਬਦ ਹਨ। इतनी महान बाणी, इतने शब्द, अमोलक भंडारा, ते इतने थोड़े समय एक हो सकता है हुण जो श्री अखंड पाठ जाप होंदा 48 घंटे लगभग समा लगता है। सीढ़ियां भी बड़िया, जिस 72 घंटे च बड़े सह नाल पाठ किया होया है। थोड़े समय च रंचक मात्रा सच गुरु ग्रंथ साहिब का पाठ, ते गुरु का सिख जिहड़ा बहुता पढ़िया लिखिया नहीं है, गुरु कलगीधर पातशाह दे घोड़े की सेवा करता है, घोड़े नूं इशनान करवाउंदा है, लिद भी चुकदा है, लिबड़िया तिबड़िया रहता है, पर अनन भाव नाल सेवा करता है। गुरु कलगीधर पातशाह विशेष मेहरामता का पात्र है। इधर बड़े कवि, बड़े विद्वान भी, जिन्होंने अपनी विद्वता का कुछ अहंकार भी आ गया, साढ़े का कोई विद्वान नहीं, उन्होंने तो बात समझना आई। ते भाई धन्ना सिंह अगे होके आ गए, सतगुरु तुहाडी मेहर होवे, तुसीं सिर ते मेरे भरिया रखो, मैं सुनाउणा पाठ गुरु ग्रंथ साहिब दा। गुरु कलगीधर पातशाह महाराज ने प्यार दिता, प्यार भरी असीस दी, कले सुना फिर सानू। ते गुरु कलगीधर पातशाह छाल मार के मानो रकाब विच कदम टिका के ते पलाकी मार के सवार होने लगे। इधर भाई धन्ना सिंह हाथ जोड़ के आखदा, एक ओंकार सतगुर प्रसाद, वाहिगुरु जी का खालसा, वाहिगुरु जी की फतेह। गुरु कलगीधर पातशाह घोड़े ते सवार हो गए, उतरे वापस
ਉਤਰ ਕੇ ਘੁੱਟ ਕੇ ਜੱਫੀ 'ਚ ਲੈ ਲਿਆ, ਗਲਵਕੜੀ 'ਚ ਲੈ ਲਿਆ, ਬੜਾ ਪਿਆਰ ਕੀਤਾ ਭਾਈ ਧੰਨਾ ਸਿੰਘ ਜੀ ਨੂੰ। ਕਹਿੰਦੇ ਭਾਈ ਧੰਨਾ ਸਿੰਘ, ਸ਼੍ਰੀ ਗੁਰੂ ਗ੍ਰੰਥ ਦਾ ਸਿਧਾਂਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਪਦੇਸ਼ ਤੈਨੂੰ ਸਮਝ ਆ ਗਿਆ, ਤੇਰੇ ਅੰਦਰ ਸਤਿਗੁਰ ਦੀ ਬਾਣੀ ਵਰਤ ਗਈ ਹੈ। ਕਿਉਂਕਿ ਸ਼੍ਰੀ ਗੁਰੂ ਗ੍ਰੰਥ ਦਾ ਮੂਲ ਸਿਧਾਂਤ, ਮੂਲ ਮੰਤਰ, ਜੋ ਮੁੱਢਲਾ ਉਪਦੇਸ਼ ਹੈ ਉਹ ਇਹੀ ਹੈ, ਇਹੀ ਬੀਜ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ। ਕਿੱਥੇ? ਓੰਕਾਰ ਹੈ, ਸਰਵ ਵਿਆਪਕ ਹੈ, ਜ਼ਰੇ ਜ਼ਰੇ ਚ ਰਮਿਆ ਹੋਇਆ ਹੈ। ਤੇ ਮਿਲਦਾ ਕਿੱਦਾਂ? ਦਰਸ਼ਕ ਕਿੱਦਾਂ ਦੇ? ਸਫਲ ਜੀਵਨ ਦੇ ਮਿਲਾਪ ਕਿੱਦਾਂ? ਸਤਿਗੁਰ ਪ੍ਰਸਾਦ। बार बार यही उपदेश गुरु ग्रंथ में कराया गया है। पूरे गुरु का सुनो उपदेश, पार ब्रह्म निकट कर पेख, कट कट में हरजू बसैस, संतन कहो पुकार। चाहे 35 महापुरखों की बाणी है गुरु ग्रंथ, 15 भगत साहिबाना दी, 6 गुरु साहिबाना दी, 11 भट्ट साहिबाना दी, 3 गुरु के सिखा के ने, 4 गुरु सिखा भाई मरदाना जी बाणी का भी जिक्र किया प्रिंस सतबीर सिंह जी ने। 36 महापुरुषों की बाणी कहा। चाहे 31 राग हैं, चाहे वख-वख आकार दी बाणियां, जपजी साहिब की बाणी, पट्टी बाणी, ओंकार बाणी, घोड़ियां दे सलेखट बाणी, सद बाणी, चाहे वारां दे रूप, चाहे अष्टपदियां, चाहे छंत रूप, पर समुची बाणी का सिद्धांत जिहड़ा है ना, एक ओंकार सतगुर प्रसाद। यही मूल मंत्र के वचन संपूर्ण विच 33 बार गुरु ग्रंथ विच अंकित हैं। एक ओंकार सतनाम करता पुरख, निर्भव निर्वैर, अकाल मूरत अजूनी, सहभंग गुर प्रसाद। संक्षेप में 524 बार अंकित है ये वचन, एक ओंकार सतगुर प्रसाद। चाहे हम छंद आरंभ होने लगे, गुरु अर्जन सिंह कहेंगे सिद्धांत यही है। ये बार बार भाई गुरदास जी पासों लिखवाए वचन धन गुरु अर्जन सिंह भाई, चाहे भगत कबीर जी की बाणी आरंभ हो रही है, चाहे भगत रविदास जी की आरंभ हो रही है, पहला मूल मंत्र के वचन लिखो। ये सिद्धांत कभी भुलना नहीं। चाहे शरीर वक्खो वखरे हैं, बाणियां दे आकार वक्खो वखरे, पर सिद्धांत का यही इक्का बाणी, एक गुर, इक्को शब्द विचार, एक नाल जोड़ना है बाणी ने। यही दृढ़ कराना है, एको है भाई, एको है साहिब मेरा, एको है। ओ ओंकार है, सर्व व्यापक है, ते मिलदा गुरु दी बख्शिश नाल है। इस वास्ते छंद तो पहला ये बचन जी का सुखमणी साहिब की बाणी तो आरंभ विच पहला एक ओंकार सतगुर प्रसाद। इत्थे भी संक्षेप रूप विच पहला मूल मंत्र के बचन हैं, फिर अगली पंक्ति पवित्र मन प्यारिया जियो मित्रा, मेरे प्यारे मना, प्यारे मित्र। असल सारा काम मन का ही है। भगत कबीर जी फरमाते मम्मा मनसु काज है। मनुखा जीवन सानू मिले, इहदे च की करना है? मन नाल काज करना है, मन का काम है, मन नू वस च करना है, मन नू जितना है। मन जित गए, दुनिया जितना कुछ नहीं बनना, मन नू जितना है। मन जितया फिर सारा जग जित लिया। मान लो मन जीता जग जीत। मन नू वस च करना है, काबू च करना है। इस मन नू पंछी भी आख्या, मन नू खोता भी आख्या है। विगड़िया तिगड़िया खोता कले काबू नहीं आंदा, टिक के नहीं बैठता। घुमियार भी खोते नू एवें नहीं छड्डदा, पहला तो पैर च रस्सी या संगली पाई रखता, जंजीर बन्नी रखता है, उदा नहीं छड्डदा।
ਜਦੋਂ ਉੱਪਰ ਭਾਰ ਲੱਦ ਦਿੰਦਾ ਨਾ, ਇੱਟਾਂ ਲੱਦਦੀਆਂ ਜਾਂ ਰੇਤੇ ਦੀ ਗੱਠਾਂ ਲੱਦਦੀਆਂ ਭਾਰ ਲੱਦਦਾ, ਉਦੋਂ ਦਾ ਪੈਰ ਖੋਲਦਾ, ਨਹੀਂ ਤਾਂ ਨਹੀਂ ਖੋਲਦਾ। ਪਤਾ ਨਹੀਂ ਦੌੜ ਜਾਣਾ, ਦੁਲਕੀਆਂ ਮਾਰਨੀਆਂ, ਸ਼ਰਾਰਤਾਂ ਕਰੇਗਾ। ਮਨ ਖੁੱਟਰ, ਤੇਰਾ ਨਹੀਂ ਵਿਸ਼ਵਾਸ ਚੰਗੇ, ਤੇਰਾ ਭਰੋਸਾ ਨਹੀਂ, ਤੂੰ ਤਾਂ ਖੋਤੇ ਦੀ ਤਰ੍ਹਾਂ ਹੈ, ਖੋਟਾ ਬੜਾ। ਮਨ ਖੁੱਟਰ, ਤੇਰਾ ਨਹੀਂ ਵਿਸ਼ਵਾਸ, ਤੂੰ ਮਹਾ ਉਦਮਾਤਾ, ਖਰਕਾ ਪੈਖਰ ਤੋਂ ਛੁੱਟੈ। ਖੁਦ ਦਾ ਪੈਖਰ ਉਦੋਂ ਛੁਡਾਈਦਾ ਹੈ, ਖਰਕਾ ਪੈਖਰ ਤੋਂ ਛੁੱਟੈ, ਜੋ ਉੱਪਰ ਲਾਦਾ, ਜਦੋਂ ਉੱਪਰ ਭਾਰ ਲੱਦਿਆ ਹੋਵੇ। ਇਹ ਮਨ ਸਾਡਾ ਬੜੀਆਂ ਉੱਚੀਆਂ ਉਡਾਰੀਆਂ ਮਾਰਦਾ। ਕਬੀਰ ਮਨ ਪੰਖੀ ਪਇਓ, ਉੱਡ ਉੱਡ ਦਹਿ ਦਿਸ਼ ਜਾਏ। ਜੇ ਕੋਈ ਸੰਗਤ ਮਿਲ ਗਈ ਉੱਥੇ ਬਹਿ ਜਾਂਦਾ। ਪੰਛੀ ਉਡਾਰੀਆਂ ਮਾਰਦਾ, ਦਰਖਤ ਤੇ ਬੈਠਦਾ, ਟਿਕ ਕੇ ਥੋੜੀ ਬੈਠਦਾ। ਬਾਗ ਵਿੱਚ ਚਲਾ ਗਿਆ, ਕਦੀ ਦੂਜੇ ਦਰਖਤ ਤੇ ਕਦੀ ਤੀਜੇ ਦਰਖਤਾਂ ਤੇ ਉਡਾਰੀਆਂ ਮਾਰ ਮਾਰ ਕੇ ਬੈਠਦਾ। ਇਹ ਫਲ ਨੂੰ ਚੁੰਝ ਮਾਰਦਾ, ਦੂਜੇ ਫਲ ਨੂੰ ਚੁੰਝ ਮਾਰਦਾ। ਕਹਿੰਦੇ ਜਿਹੋ ਜਿਹਾ ਫਲ ਮਿਲਦਾ ਉਹੋ ਜਿਹੀ ਅੰਦਰ ਖੁਰਾਕ ਚਲੀ ਜਾਂਦੀ। ਇਸ ਕਰਕੇ ਮਨ ਨੂੰ ਜਿਹੋ ਜਿਹੀ ਸੰਗਤ ਮਿਲਦੀ ਉਹੋ ਜਿਹਾ ਰੰਗ ਚੜ ਜਾਂਦਾ। ਕਬੀਰ ਮਨ ਪੰਖੀ ਪਇਓ, ਉੱਡ ਉੱਡ ਦਹਿ ਦਿਸ਼ ਜਾਏ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਹੀ ਫਲ ਖਾਏ। ਇਹ ਸਾਡਾ ਮਨ ਬੜਾ ਚੰਚਲ ਹੈ, ਚੰਚਲ, ਚੱਲ ਚੱਲ ਟਿਕਦਾ ਹੀ ਨਹੀਂ। ਸਰੀਰ ਕਰਕੇ ਮੰਦਰ 'ਚ ਬੈਠਾ ਹੈ ਪਰ ਮਨ ਪਤਾ ਨਹੀਂ ਕਿੱਥੇ ਉੜਦਾ। ਸਰੀਰ ਕਰਕੇ ਗੁਰੂ ਘਰ ਬੈਠਾ ਹੈ। ਇਸੇ ਵਾਸਤੇ ਗੁਰੂ ਨਾਨਕ ਨੇ ਆਖਿਆ ਸੀ, ਨਵਾਬ ਦੌਲਤ ਖਾਨ, ਮੈਂ ਕਿੱਦਾਂ ਨਮਾਜ਼ ਅਦਾ ਕਰਾਂ? ਇੱਥੇ ਕੋਈ ਨਮਾਜ਼ੀ ਨਹੀਂ ਕਰਨਗੇ, ਕਿਤਨੇ ਨਮਾਜ਼ੀ ਨਮਾਜ਼ ਅਦਾ ਕਰਦੇ ਪਏ, ਮੈਂ ਵੀ ਨਮਾਜ਼ ਅਦਾ ਕਰਦਾ ਪਿਆ। ਗੁਰੂ ਨਾਨਕ ਸਾਹਿਬ ਕਹਿੰਦੇ, ਨਵਾਬ ਦੌਲਤ ਖਾਨ ਤੁਸੀਂ ਨਮਾਜ਼ੀ, ਤੁਸੀਂ ਕਿੱਥੇ ਨਮਾਜ਼ ਅਦਾ ਕਰਦੇ ਪਏ? ਤੁਸੀਂ ਤਾਂ ਕਾਬਲ ਕੰਧਾਰ ਦੀ ਧਰਤੀ ਹੈ ਕਿ ਘੋੜੇ ਖਰੀਦਦੇ ਪਏ ਹੋ। ਕਾਜ਼ੀ ਬੋਲਿਆ, ਕਹਿੰਦੇ ਦੇਖੋ ਗੁਰੂ ਨਾਨਕ ਕਿਤਨਾ ਕੁਫਰ ਤੋਲਦਾ ਪਿਆ। ਇਹ ਨਵਾਬ ਸਾਹਿਬ ਤੁਸੀਂ ਨਮਾਜ਼ ਅਦਾ ਕਰਦੇ ਪਏ, ਇਹ ਅੱਜ ਤੱਕ ਕਾਬਲ ਕੰਧਾਰ ਘੋੜੇ ਖਰੀਦਦੇ ਪਏ। ਕਹਿੰਦੇ ਜੋ ਗੁਰੂ ਨਾਨਕ ਨੇ ਵਚਨ ਕੀਤਾ ਸੱਚ ਆਖਿਆ, ਰੰਜਕ ਮਾਤਰ ਝੂਠ ਨਹੀਂ ਹੈ। ਸਰੀਰ ਕਰਕੇ ਮੈਂ ਮਸਜਿਦ ਦੇ ਅੰਦਰ ਬੈਠਾ ਨਮਾਜ਼ ਅਦਾ ਕਰਦਾ ਪਿਆ, ਮੈਂ ਮਨ ਕਰਕੇ ਘੋੜੇ ਖਰੀਦਦਾ ਪਿਆ। ਕਾਜ਼ੀ ਕਹਿੰਦਾ ਮੈਂ ਤਾਂ ਨਮਾਜ਼ੀ ਨਾ, ਨਮਾਜ਼ ਅਦਾ ਕਰਦਾ। ਕਹਿੰਗੇ ਤੁਹਾਨੂੰ ਗੁਰੂ ਨਾਨਕ ਸਾਹਿਬ ਕਹਿੰਗੇ ਕਿਉਂ ਪਾਜ ਉਗਾੜਨਾ ਚਾਹਤੇ ਹੋ? ਇਹ ਕਾਜ਼ੀ ਤੂੰ ਵੀ ਇੱਥੇ ਨਹੀਂ, ਮੈਂ ਕਿੱਥੇ ਜੀ? ਕਹਿੰਗੇ ਤੂੰ ਆਪਣੇ ਘਰ ਪਹੁੰਚਿਆ ਸੀ ਨਾ, ਜਿਹੜਾ ਰਾਤੀ ਘੋੜੀ ਨੇ ਬਛੇਰਾ ਦਿੱਤਾ, ਘੋੜੀ ਦਾ ਬੱਚਾ ਆਇਆ ਹੈ, ਤੂੰ ਤਾਂ ਉਹਦੇ ਪੈਰ 'ਚ ਪੈਖਰ ਪਾਉਂਦਾ ਪਿਆ ਸੀ, ਕਿਤੇ ਉਹ ਖੂਹ 'ਚ ਨਾ ਡਿੱਗ ਪਵੇ। ਕਹਿਣ ਤੋਂ ਭਾਵ ਪੰਛੀ ਤਰ੍ਹਾਂ ਉਡਾਰੀਆਂ ਮਾਰਦਾ। ਇਹ ਮਨ ਮੰਮਾ ਮਨਸੂ ਕਾਜ ਹੈ। ਮਨੁੱਖਾ ਜਨਮ ਲਿਆ ਮਨ ਦਾ ਕਾਜ ਹੈ, ਮਨ ਨੂੰ ਕਾਬੂ 'ਚ ਕਰਨਾ ਹੈ, ਇਸ ਮਨ ਨੂੰ ਹੀ ਸੰਵਾਰਨਾ ਹੈ, ਮਨ ਨੂੰ ਪਵਿੱਤਰ ਕਰਨਾ। ਜਨਮ ਜਨਮ ਕਿਸ ਮਨ ਕੋ ਮਨ ਲਾਗੀ, ਕਾਲਾ ਹੁਆ ਸ਼ਿਆ। ਇਹਦੀ ਕਾਲਕ ਉਤਾਰਨੀ ਗੁਰੂ ਦੇ ਸ਼ਬਦ ਦੇ ਰਾਹੀਂ, ਨਾਮ ਦੇ ਜਲ 'ਚ ਇਸ਼ਨਾਨ ਕਰਵਾ ਕੇ, ਸੱਚੇ ਤੀਰਥ ਤੇ ਇਸ਼ਨਾਨ ਕਰਨਾ ਮਨ ਕਰਕੇ। ਮੰਮਾ ਮਨਸੂ ਕਾਜ ਹੈ, ਮੰਮੇ ਅੱਖਰ ਤੋਂ ਗੁਰੂ ਭਗਤ ਜੀ ਫਰਮਾਏ ਮੰਮਾ ਮਨਸੂ ਕਾਜ ਹੈ। ਮਨ ਸਾਧ ਹੈ, ਜੇ ਮਨ ਨੂੰ ਸਾਧ ਲਿਆ, ਮਨ ਸਾਧ ਹੈ, ਸਿੱਧ ਹੋਏ, ਜੀਵਨ 'ਚ ਸਫਲਤਾ ਹੋ ਗਈ, ਕਾਮਯਾਬੀ ਹੋ ਗਈ। ਮਨ ਹੀ ਮਨਸੂ ਕਹੈ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਮਨ ਹੀ ਨਾਲ ਗੱਲਾਂ ਕਰਦੇ ਆਖਦੇ ਮਨ ਵਰਗਾ ਕੋਈ ਮਿੱਤਰ ਵੀ ਨਹੀਂ ਹੈ। ਇਹਦੇ ਰਾਹੀਂ ਦਾ ਜੀਵਨ ਸਫਲ ਹੋਣਾ, ਇਹਦੇ ਰਾਹੀਂ ਦਾ ਪਾਰ ਬ੍ਰਹਮ ਪਰਮੇਸ਼ਰ ਦੀ ਪ੍ਰਾਪਤੀ ਹੋਣੀ। ਰਿੱਧੀਆਂ ਸਿੱਧੀਆਂ ਚਰਨਾਂ ਦਾਸੀਆਂ ਬਣਨੀਆਂ, ਸਾਰੀਆਂ ਦਾਤਾਂ ਮਿਲ ਜਾਣੀਆਂ। ਜਨਮ ਭਰ ਦਾ ਗੇੜ ਕੱਟਿਆ ਜਾਣਾ ਜੇ ਮਨ ਕਾਬੂ 'ਚ ਆ ਗਿਆ। ਮਨ ਸਾਧ ਹੈ ਸਿੱਧ ਹੋਏ, ਮਨ ਹੀ ਮਨਸੂ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਇਹ ਮਨ ਸ਼ਕਤੀ, ਇਹ ਜਿਹੜੀ ਮਾਇਆ ਰੂਪੀ ਸ਼ਕਤੀ ਹੈ ਨਾ, ਮਾਇਆ 'ਚ ਵੜ ਕੇ ਮਾਇਆ ਪਿੱਛੇ ਭਟਕਦਾ, ਇਹ ਮਨ ਮਾਇਆ ਰੂਪੀ ਹੋ ਗਿਆ। ਇਹ ਮਨ ਸ਼ਕਤੀ, ਇਹ ਮਨ ਸੀਓ, ਜਦੋਂ ਸੀਓ ਦਾ ਸ਼ਿਵ ਦਾ ਸਿਮਰਨ ਕਰਦਾ ਹੈ, ਪ੍ਰਭੂ ਦਾ ਸਿਮਰਨ ਕਰਦਾ ਹੈ, ਇਹ ਸ਼ਿਵ ਬਣ ਜਾਂਦਾ ਹੈ, ਇਹ ਪਰਮੇਸ਼ਵਰ ਰੂਪ ਹੋ ਜਾਂਦਾ ਹੈ, ਲੀਨ ਹੋ ਕੇ ਜਪ ਜਪ ਕੇ।
ए मन शक्ति, ए मन सियो, ए मन पंच तत्त को जियो। ये पंजा तत्त च रल के भाव शरीर च ही जकड़िया गया, गिरफ्त च आ गया, ये शरीर रूपी बन गया। भाव शरीर दी लोड़े च, शरीर की सुंदरता च, शरीर दी वासना च फसिया रह गया। ए मन पंच तत्त को जियो, ए मन ले जो उन्मन रहे। जदों इस मन को काबू च कर लिया, उन्मन अवस्था च पहुंच गया, खिड़ाव की पूर्ण खिड़ाव की अवस्था च पहुंच गया, उत्थे फिर खुशी खुशियां ए मन ले जो उन्मन रहे। तो तीन लोक की बातें कहे, यही मन है कि तीन लोगों का ज्ञान भी हो जाता है, ब्रह्म ज्ञान की अवस्था च पहुंच जाता है। ते सच्चे सतगुरु ने पढ़ च बार बार, हुण गुरु तेग बहादुर दे आपां श्लोक जदों पढ़दे हां, बार बार मन नूं मेरे मन सुन लै, मन सुनता नहीं है। कन्ना राही सुन के भी इधर की गल उधर निकल गई, ज्ञान सुनिया, गुरु का उपदेश सुनिया, बाणी सुनी, पर सुन के अंदर वसाई नहीं, मन च नहीं वसाई। मन करके सुनना, बार बार बचन कहो नानक सुन रे मना, कहो नानक सुन रे मना। सुन। हुण आनंद साहिब दी पवित्र बाणी, ए मन मेरिया तू सदा रहो हर नाले। ए मेरे मना तू सदा हरि नाल रहा कर, हरि नूं अंग संग जान, परमात्मा हर थां ते तेरे नाल हाज़र नाज़र है। इह गल नूं मन लै। ਇਹ ਮਨ ਹਰੀ ਤਾਂ ਵਾਹਿਗੁਰੂ ਦਾ ਹਰ ਥਾਂ ਤੇ ਪਰਿਪੂਰਨ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਪਰਮਾਤਮਾ ਹੋਏ, ਪਰ ਮਨ ਸਾਡਾ ਨਾਲ ਨਹੀਂ ਹੁੰਦਾ। ਇੱਕ ਆਸ਼ਰਮ 'ਚ ਮਹਾਤਮਾ ਜੀ ਉਪਦੇਸ਼ ਕਰਦੇ, ਬੱਚਿਆਂ ਨੂੰ ਰੋਜ਼ ਪਾਠਸ਼ਾਲਾ 'ਚ ਪੜ੍ਹਾਉਂਦੇ ਪਈ, ਪਰਮਾਤਮਾ ਹਰ ਥਾਂ ਤੇ ਪਰਿਪੂਰਨ ਹੈ। ਰੋਜ਼ ਇਹ ਪਾਠ ਪੜ੍ਹਾਉਣਾ। ਅੱਜ ਪੁੱਛ ਲਿਆ ਦੱਸੋ ਪਰਮਾਤਮਾ ਕਿੱਥੇ ਨਹੀਂ ਹੈ? ਕਹਿੰਦੇ ਰੋਜ਼ ਤਾਂ ਇਹੀ ਲੈਸਨ ਰੋਜ਼ ਪਾਠ ਪੜ੍ਹਾਉਂਦੇ ਕਿ ਪਰਮਾਤਮਾ ਹਰ ਥਾਂ ਤੇ ਪਰਿਪੂਰਨ, ਜ਼ਰੇ ਜ਼ਰੇ 'ਚ ਰਮਿਆ ਹੋਇਆ। ਅੱਜ ਇੱਕ ਐਸਾ ਸਵਾਲ, ਕਿੱਥੇ ਨਹੀਂ ਪਰਮਾਤਮਾ? ਇੱਕ ਸਿਆਣਾ ਸਟੂਡੈਂਟ ਵਿਦਿਆਰਥੀ ਉੱਠ ਕੇ ਕਹਿੰਦੇ ਹਾਂ ਮੈਨੂੰ ਪਤਾ ਹੈ। ਕਹਿੰਦੇ ਕਿੱਥੇ ਦੱਸ, ਕਿੱਥੇ ਪਰਮਾਤਮਾ? ਕਹਿੰਦੇ ਰੱਬ ਪ੍ਰਭੂ ਮਨੁੱਖ ਦੇ ਮਨ 'ਚ ਨਹੀਂ, ਹਰ ਥਾਂ ਤੇ ਪਰਿਪੂਰਨ ਹੈ, ਪਰ ਮਨ 'ਚ ਵਿਸ਼ੇ ਵਿਕਾਰ ਵਸੇ ਹੋਏ ਨੇ। ਮਨ 'ਚ ਹੋਰ ਗੱਲਾਂ ਬਾਤਾਂ ਬਥੇਰੀਆਂ, ਪ੍ਰਭੂ ਦੀ ਯਾਦ ਨਹੀਂ ਆਉਂਦੀ, ਪ੍ਰਭੂ ਨੂੰ ਭੁਲਾਇਆ ਹੋਇਆ ਮਨ 'ਚ ਨਹੀਂ ਹੈ। ਮਨ 'ਚ ਵਸਾਉਣਾ ਹੈ। ਜਦੋਂ ਮਨ 'ਚ ਵਾਹਿਗੁਰੂ ਵਸਦਾ, ਫਿਰ ਮਨ ਵੀ ਵਸ 'ਚ ਆ ਜਾਂਦਾ, ਕਾਬੂ ਹੋ ਜਾਂਦਾ ਹੈ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਫਿਰ ਦੁੱਖ ਵਿਸਰ, ਦੁੱਖ ਤਾਂ ਬੜੇ ਹੁੰਦੇ, ਪਰ ਦੁੱਖ ਵਿਸਰ, ਦੁੱਖ ਦਾ ਅਹਿਸਾਸ ਹੋ ਜਾਂਦਾ। ਉਹ ਅਵਸਥਾ ਬਣ ਜਾਂਦੀ, ਚੋਰ ਨਾਲ ਦੁੱਖ ਮੈਂ, ਦੁੱਖ ਨਹੀਂ ਮੰਨਣਾ। ਫਿਰ ਦੁੱਖ 'ਚ ਦੁੱਖ ਮੰਨਦਾ ਨਹੀਂ, ਵੱਡੇ ਤੋਂ ਵੱਡਾ ਦੁੱਖ ਨਹੀਂ ਲੱਗਦਾ। ਦੁੱਖ ਸਭ ਵਿਸਾਰਨਾ। ਜਿਨ੍ਹਾਂ ਦੀ ਮਹਾਨ ਸ਼ਹਾਦਤ ਹੋਈ ਹੈ ਨਾ, ਦਿੱਲੀ ਦੀ ਚਾਂਦਨੀ ਚੌਕ ਵਿਖੇ, ਉਹਨਾਂ ਦੀ ਇਹ ਅਵਸਥਾ, ਵੱਡੇ ਤੋਂ ਵੱਡਾ ਦੁੱਖ ਵੀ ਉਹਨਾਂ ਨੂੰ ਦੁਖੀ ਨਹੀਂ ਕਰ ਸਕਦਾ। ਵੱਡੀ ਤੋਂ ਵੱਡੀ ਮੁਸੀਬਤ ਵੇਲੇ ਉਹ ਘਬਰਾਉਂਦੇ ਨਹੀਂ, ਉਹਨਾਂ ਦੇ ਅੰਦਰ ਸੱਚੀ ਖੁਸ਼ੀ ਹੈ, ਸੱਚਾ ਖੇੜਾ ਹੈ। ਪਿਆਰਿਓ, ਦੁਨਿਆਵੀ ਸੁੱਖ ਸਾਨੂੰ ਸੁੱਖ ਨਹੀਂ ਦੇ ਸਕਦੇ। ਸਾਨੂੰ ਸੁੱਖ ਦੇਣਾ ਕੇਵਲ ਪਰਮੇਸ਼ਰ ਦੇ ਨਾਮ ਨੇ। ਦੁਨਿਆਵੀ ਪਦਾਰਥ ਭਾਵੇਂ ਮਨੁੱਖ ਨੂੰ ਸੋਚੇ ਕਿ ਸੋਨਾ ਮਿਲ ਜਾਏਗਾ, ਚਾਂਦੀ ਮਿਲ ਜਾਏ, ਹੀਰੇ ਜਵਾਹਰਤ ਮਿਲ ਜਾਣਗੇ, ਨੌਕਰ ਚਾਕਰ, ਕੋਠੀਆਂ ਕਾਰਾਂ, ਇਹਦੇ 'ਚ ਖੁਸ਼ੀ ਮਿਲ ਜਾਏ, ਨਹੀਂ। ਗਿਣਤੀ ਸਾਡੀ ਦੁੱਖੀ 'ਚ ਹੀ ਆਵੇਗੀ। ਸੁਖਮਣੀ ਸਾਹਿਬ 'ਚ ਗੁਰੂ ਅਰਜਨ ਸਾਹਿਬ ਫਰਮਾਉਂਦੇ ਨਾ, ਕਲਗੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਚਾਹੇ ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਬਣ ਜਾਵੇ ਤਾਂ ਵੀ ਸੁਖੀਆ ਨਹੀਂ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਸੁਖੀਆ ਉਦੋਂ ਹੀ ਬਣੇ ਜਦੋਂ ਅੰਦਰ ਹਰੀ ਦਾ ਨਾਮ ਦਾ ਜਾਪ ਚੱਲੇਗਾ।
ਜੇ ਬਾਣੀ ਭੁੱਲ ਗਈ, ਜੇ ਬਾਣੀ ਤੋਂ ਟੁੱਟ ਗਿਆ, ਫਿਰ ਤਾਂ ਕਿੱਦਾਂ ਰੋਂਦਾ ਕੁਲਾਂਦਾ ਜਿੱਦਾਂ ਕੋੜੀ ਮਨੁੱਖ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਕੋੜ ਦਾ ਰੋਗ ਲੱਗਿਆ ਹਾਏ ਹਾਏ ਕਰਦਾ, ਕਿੱਦਾਂ ਹੀ ਤੜਪਦਾ ਰਹਿੰਦਾ। ਭਾਵੇਂ ਮੁਖ ਤੋਂ ਹਾਏ ਹਾਏ ਨਾ ਕਰੇ, ਅੰਦਰੋਂ ਹਾਏ ਹਾਏ ਚੱਲਦੀ ਰਹਿੰਦੀ ਹੈ, ਅੰਦਰੋਂ ਦੁਖੀ ਹੁੰਦਾ ਰਹਿੰਦਾ ਹੈ। ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਜੇ ਬਾਣੀ ਨਾਲ ਜੁੜ ਗਿਆ, ਬਾਣੀ ਨੂੰ ਸੁਰਤ ਟਿਕਾ ਕੇ ਸੁਣ ਲੈ, ਫਿਰ ਦੁੱਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਸੁਣ ਲੈ ਸੁਰਤ ਟਿਕਾ ਕੇ। ਧੰਨ ਧੰਨ ਭਾਈ ਮਤੀ ਦਾਸ ਜੀ, ਧੰਨ ਧੰਨ ਭਾਈ ਸਤੀ ਦਾਸ ਜੀ, ਧੰਨ ਧੰਨ ਭਾਈ ਦਿਆਲਾ ਜੀ। ਇਹਨਾਂ ਦੇ ਅੰਦਰ ਬਾਣੀ ਵਰਤਦੀ ਹੈ, ਇਹਨਾਂ ਅੰਦਰ ਸਤਿਗੁਰ ਆਪ ਵਰਤਦੇ ਪਏ ਹਨ। ਗੁਰਸਿੱਖਾਂ ਅੰਦਰ ਸਤਿਗੁਰ ਵਰਤਦਾ ਹੈ। ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ, ਅੰਦਰ ਸੱਚੀਆਂ ਖੁਸ਼ੀਆਂ ਵਰਤੀਆਂ ਪਈਆਂ ਨੇ। ਸਤਿਗੁਰ ਦੀ ਨਜ਼ਰ ਨਾਲ ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰ ਨਜ਼ਰ ਕਰੇ, ਜਦੋਂ ਗੁਰਸਤ ਦੀ ਨਜ਼ਰ ਹੋ ਰਹੀ ਹੈ, ਬਖਸ਼ਿਸ਼ ਹੋ ਰਹੀ ਹੈ, ਫਿਰ ਲੱਖਾਂ ਖੁਸ਼ੀਆਂ। ਜੇ ਸਤਿਗੁਰ ਦੀ ਨਜ਼ਰ ਨਹੀਂ, ਫਿਰ ਦੁਨੀਆਵੀ ਭਾਂਤ ਭਾਂਤ ਦੇ ਪਕਵਾਨ ਪਦਾਰਥ ਸਭ ਕੁਝ ਹੋਵੇ ਤਾਂ ਵੀ ਦੁਖੀ ਹੁੰਦਾ ਹੈ, ਹਾਏ ਹਾਏ ਕਰਦਾ ਹੈ। ਇੱਥੇ ਇਹ ਖੇਡ ਵਰਤ ਰਹੀ ਹੈ, ਦੁੱਖ ਸਭ ਵਿਸਾਰਨਾ। ਦੁੱਖ ਆਏ ਬੜੀਆਂ ਮੁਸੀਬਤਾਂ ਆ, ਪਰ ਵਿਸਰ ਦੇ ਦੁੱਖ ਦਾ ਅਹਿਸਾਸ ਹੀ ਨਹੀਂ। ਇਹੋ ਜਿਹੀ ਵਸਤ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ। ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ ਸੱਕੇ ਭਰਾ ਨੇ। ਅੱਜ ਦੀ ਗੁਰਸਿੱਖੀ ਨਹੀਂ, ਇਹਨਾਂ ਦੇ ਪਿਤਾ ਜੀ ਭਾਈ ਹੀਰਾਨੰਦ ਜੀ, ਉਹ ਵੀ ਮਹਾਨ ਗੁਰੂ ਕੇ ਸਿੱਖ। ਇਹਨਾਂ ਦੇ ਦਾਦਾ ਭਾਈ ਲੱਖੀ ਦਾਸ ਜੀ, ਉਹ ਵੀ ਮਹਾਨ ਗੁਰੂ ਕੇ ਸਿੱਖ। ਇਹਨਾਂ ਦੇ ਪੜਦਾਦਾ ਭਾਈ ਪਿਰਾਗਾ ਜੀ, ਧੰਨ ਗੁਰੂ ਅਰਜਨ ਸਾਹਿਬ ਜਿਹੜੇ ਮਹਾਨ ਪੰਜ ਗੁਰਸਿੱਖ ਨਾਲ ਗਏ ਸਨ ਨਾ ਲਾਹੌਰ ਦੀ ਤਤੀ ਸ਼ਹਾਦਤ ਵੇਲੇ, ਉਹਨਾਂ 'ਚ ਭਾਈ ਪਿਰਾਗਾ ਜੀ ਨਾਲ ਆਨੇ। ਤੇ ਭਾਈ ਮਤੀ ਦਾਸ ਭਾਈ ਸਤੀ ਦਾਸ ਦੇ ਸੱਕੇ ਪੜਦਾਦਾ ਜੀ ਨੇ। ਤੇ ਭਾਈ ਗੁਰਦਾਸ ਨੇ ਆਪਣੀ ਬਾਣੀ 'ਚ ਲਿਖਿਆ, ਪੁਰਖ ਪਿਰਾਗਾ ਸ਼ਬਦ ਅਦਾਰਾ। ਭਾਈ ਪਿਰਾਗਾ ਇਤਨਾ ਮਹਾਨ ਪੁਰਖ ਵੇ, ਇਹਦੇ ਜੀਵਨ ਦਾ ਆਧਾਰ ਕੀ ਹੈ? ਸ਼ਬਦ। ਬਾਣੀ ਇਹਦੇ ਜੀਵਨ ਦਾ ਆਧਾਰ ਹੈ। ਪੁਰਖ ਪਿਰਾਗਾ ਸ਼ਬਦ ਅਦਾਰਾ। ਭਾਈ ਪਿਰਾਗਾ ਜੀ ਦੇ ਪੜਪੋਤਰੇ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ, ਦੋਨੋਂ ਭਰਾ ਸਕੇ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਬੜਾ ਪਿਆਰ ਕਰਦੇ, ਪਿਆਰਾ ਮਿੱਤਰ, ਪਿਆਰੇ ਮਿੱਤਰ ਬਣੇ ਸਨ। ਪਿਆਰ ਨਾਲ, ਮਿੱਤਰਾਂ ਦਾ ਪਿਆਰ ਨਾਲ ਹੀ ਰੱਖਦੇ। ਇਸ ਵਾਸਤੇ ਜਦੋਂ ਚੱਲੇ ਸਨ ਨਾ ਸ਼੍ਰੀ ਅਨੰਦਪੁਰ ਸਾਹਿਬ ਤੋਂ, ਤੇ ਪੰਜ ਗੁਰਸਿੱਖਾਂ ਨੂੰ ਨਾਲ ਲਿਆ ਸੀ। ਜਿੱਦਾਂ ਧੰਨ ਗੁਰੂ ਅਰਜਨ ਸਾਹਿਬ ਜੀ ਲਾਹੌਰ ਜਾਂਦੇ ਛੱਡ ਲਈ, ਉਦੋਂ ਵੀ ਪੰਜ ਗੁਰੂ ਕੇ ਸਿੱਖ। ਇੱਥੇ ਪੰਜਾਂ ਪਿਆਰਿਆਂ ਦੀ ਖੇਡ ਨਾ ਗੁਰੂ ਨਾਨਕ ਸਾਹਿਬ ਵੇਲੇ ਤੋਂ ਹੀ ਆਰੰਭ ਸੀ। ਗੁਰੂ ਨਾਨਕ ਸਾਹਿਬ ਜੀ ਪੰਜ ਸਿੱਖ ਅੱਗੇ ਹੁੰਦੇ ਸਨ। ਬਚਨ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਭਾਵੇਂ ਤਰਗੈ ਮਾਂ। ਪਰਮਾਤਮਾ ਨੇ ਪੰਜ ਅੰਕ ਨੂੰ ਮਾਨਤਾ ਦਿੱਤੀ। ਪੰਜਾਂ ਤੱਤਾਂ ਨਾਲ ਸਾਡਾ ਸਰੀਰ ਬਣਾਇਆ, ਪੰਜਾਂ ਤੱਤਾਂ ਨਾਲ ਸ੍ਰਿਸ਼ਟੀ ਬਣਾਈ ਹੈ। ਪੰਜ ਤੱਤ ਕੋ ਤਨ ਰਚਿਓ, ਇਸ ਸਰੀਰ ਪਰ था। फिर पांच तत्त का खुद सृष्ट सब साजी। फिर साडे हत्थ दी उंगलां पंज, पैरां दी उंगलां पैर दोनों वख पैरां दी पंज पंज उंगलां। फिर पांच ही साडे अंदर काम क्रोध लोभ मोह अहंकार। फिर पांच ही दैवी गुण धीरज धर्म खिमा संतोख सबर। एक पंज गुण जिहड़े गुरु कलगीधर पातशाह ने पंज दी खेड़ फिर वरताई सी। पंज सीस मंगे छेवां नहीं मंगिया उस समय। फिर पंजा ककारां दी वर्दी पहनाई। फिर पंजा पानी में जाप किया, अमृत का बाटा तैयार कर लिया। फिर नित ने पंज पानियां अमृत को लिया। फिर पंज पंज चूल्हे छिकाए, पंज ही नित नित छट्टे मारे, पंज ही शीश च। प्यारियो गुरु तेग बहादुर महाराज जब चलन लगे, सिख सारे नाल जाना चाहते सन। ते धन गुरु तेग बहादुर ने लकीर खिंची गए ने इतिहास अनंदपुर से दून ते चक नानकी दून ते लकीर खिंच दी। इत्थों अगे होर सिख नहीं चलणगे। पंज सिख भाई मती दास, भाई सती दास, भाई दयाला जी, भाई गुरदित्ता जी। भाई गुरदित्ता जी ब्रह्म ज्ञानी बाबा बुढ़े दी वंश चन, बाबा
ਬੁੱਢਾ ਜੀ ਦੇ ਪੁੱਤਰ ਭਾਈ ਭਾਨਾ ਜੀ, ਭਾਈ ਭਾਨੇ ਦੇ ਪੁੱਤਰ ਭਾਈ ਸਰਵਣ ਜੀ, ਭਾਈ ਸਰਵਣ ਦੇ ਪੁੱਤਰ ਭਾਈ ਝੰਡਾ ਜੀ, ਅੱਗੇ ਭਾਈ ਗੁਰਦਿੱਤਾ ਜੀ ਉਹ ਨਾਲ ਨੇ। ਫਿਰ ਭਾਈ ਉਦੇ ਜੀ ਨਾਲ ਆਈ। ਇੱਥੇ ਆਪਾਂ ਸੰਖੇਪ ਵਿਚਾਰ ਕਿਉਂਕਿ ਸਮਾਂ ਆਗਿਆ ਨਹੀਂ ਦਿੰਦਾ ਪਿਆ। ਭਾਈ ਮਤੀ ਦਾਸ ਜੀ ਨੂੰ ਜਦੋਂ ਉਹਨਾਂ ਦੇਖਿਆ ਕਿ ਗੁਰੂ ਤੇਗ ਬਹਾਦਰ ਨੂੰ ਪਿੰਜਰੇ 'ਚ ਰੱਖਿਆ ਹੋਇਆ, ਭੁੱਖੇ ਪਿਆਸੇ, ਪਾਣੀ ਦੀ ਇੱਕ ਬੂੰਦ ਨਹੀਂ ਦਿੱਤੀ ਜਾ ਰਹੀ, ਖਾਣ ਪਾਣ ਕੁਝ ਨਹੀਂ, ਤਸ਼ੱਦਦ ਕੀਤਾ ਜਾ ਰਿਹਾ ਆਪਣੀ ਕੀਨ ਮਨਵਾਉਣ ਲਈ, ਤੇ ਭਾਈ ਮਤੀ ਦਾਸ ਜੀ ਕੋਲ ਰਿਹਾ ਨਾ ਗਿਆ। ਧੰਨ ਭਾਈ ਮਤੀ ਦਾਸ ਜੀ ਕਹਿੰਦੇ ਸਤਿਗੁਰੂ ਜੀ ਬਸ ਆਗਿਆ ਦਿਵੋ, ਮੈਂ ਦਿੱਲੀ ਤੇ ਲਾਹੌਰ ਦੀ ਇੱਟ ਖੜਕਾ ਦੇਵਾਂਗਾ। ਭਾਈ ਮਤੀ ਦਾਸ ਇਤਨੀ ਸਮਰੱਥਾ, ਕਹਿੰਦਾ ਸਤਿਗੁਰੂ ਤੁਹਾਡੀ ਕਿਰਪਾ ਕਿੱਥੋਂ ਲਈ ਆ? ਕਹਿੰਦੇ ਤੁਹਾਡੇ ਚਰਨਾਂ 'ਚ ਦਾਤ ਮਿਲੀਏ, ਨਾਮ ਦੀ ਦਾਤ ਮਿਲੀਏ। ਜਿੱਥੇ ਨਾਮ ਆ ਗਿਆ ਨਵਨਿਧੀ 18 ਸਦੀ ਪਿੱਛੇ ਲੱਗੀਆਂ ਫਿਰਨ, ਸਾਰੀਆਂ ਸ਼ਕਤੀਆਂ ਦਾਤੇ ਤੁਸੀਂ ਆਪ ਦਿੱਤੀਆਂ ਨੇ। ਕਹਿੰਦੇ ਸੁਣ ਭਾਈ ਮਤੀ ਦਾਸ, ਸਮੁੰਦਰ ਚੋਂ ਪਾਣੀ ਦਾ ਇੱਕ ਕਣ, ਇੱਕ ਤੁਬਕਾ ਲੈ ਕੇ, ਇੱਕ ਬੂੰਦ ਲੈ ਕੇ ਕਿਤਨਾ ਉੱਚਾ ਬੋਲ ਨਹੀਂ ਬੋਲੀਦਾ ਕਿ ਸਾਡੇ ਕੋਲ ਸਮਰੱਥਾ ਨਹੀਂ ਕਿ ਦਿੱਲੀ ਤੇ ਲਾਹੌਰ ਦੀ ਇੱਟ ਖੜਕਾ ਦੀ। ਕਹਿੰਦੇ ਸਤਿਗੁਰ ਤੁਸੀਂ ਤਾਂ ਸਰਵ ਕਲਾ ਸਮਰੱਥ। ਕਹਿੰਦੇ ਇੱਥੇ ਸ਼ਹੀਦੀ ਜਾਮ ਪੀਣ ਆਏ ਆ, ਇੱਥੇ ਤਨ ਦੇ ਠੀਕਰੇ ਨੂੰ ਭੰਨਣ ਆਏ ਆ, ਇਸ ਵਾਸਤੇ ਸ਼ਹਾਦਤ ਦਾ ਜਾਮ ਪੀਣਾ, ਕੋਈ ਕਰਾਮਾਤ ਨਹੀਂ ਦਿਖਾਣੀ, ਦਿੱਲੀ ਤੇ ਲਾਹੌਰ ਦੀ ਇੱਟ ਨਹੀਂ ਖੜਕਾਣੀ। ਸਮਾਂ ਆਵੇਗਾ ਖੜਕਣਗੇ ਇੱਟਾਂ ਵੀ, ਜੰਗ ਜਦੋਂ ਹੋਣਗੇ, ਪਰ ਇੱਥੇ ਜ਼ਬਰ ਦਾ ਮੁਕਾਬਲਾ ਸਬਰ ਨਾਲ। ਫਿਰ ਭਾਈ ਮਤੀ ਦਾਸ ਨੂੰ ਇਹਨਾਂ ਨੇ ਦੇਖ ਲਿਆ ਸੀ, ਕਹਿੰਦੇ ਇਹਦੇ ਕੋਲ ਕਰਾਮਾਤ ਸ਼ਕਤੀਆਂ। ਕਹਿ ਦਿੱਤਾ, ਕਹਿੰਦੇ ਭਾਈ ਮਤੀ ਦਾਸ ਪਹਿਲਾਂ ਵਾਰੀ ਤੇਰੀ ਹੋਣੀ, ਛੱਡ ਦੇ ਗੁਰੂ ਤੇਗ ਬਹਾਦਰ ਦੀ ਸਿੱਖੀ, ਨਹੀਂ ਤਾਂ ਮੌਤ ਦੇ ਘਾਟ ਉਤਾਰਾਂਗੇ। ਤੇ ਭਾਈ ਮਤੀ ਦਾਸ ਜੀ ਕਹਿੰਗੇ ਮੇਰੇ ਅੰਦਰ ਭਾਵ ਨਹੀਂ ਹੈ, ਕਬੀਰ ਮੋਹੇ ਮਰਨੇ ਕਾ ਚਾਓ ਹੈ। ਜੋ ਉਹਨਾਂ ਅੰਦਰ ਭਾਵਨਾ ਨਾ ਆਓ ਜਪ ਲਈ ਆਪਾਂ ਵੀ, कबीर मोहे मरने का चाओ है, मोहे मरने का चाओ है, मरूं ता हर कै दुआर, मरूं ता हर कै दुआर। ओ काजी अब्दुल्ला तू मरन नूं तो डरा रहा मैनू? मेरे मन का बड़ा चाव है कि गुरु तेग दे सन्मुख होके मरूं ता हर कै द्वार। मेरा हरी मेरा परमात्मा गुरु परमेश्वर इको जान, सन्मुख होके शहीदान के तो वड्डी होर किहड़ी खुशी होवेगी। कहणगे एवें नहीं मारांगे, आरे नाल चीर देवांगे। ਹੁਣ ਤੂੰ ਚੁਣ ਲੈ, ਇੱਕ ਪਾਸੇ ਆਰੇ ਤੀਖੇ ਦਿੰਦੇ ਨੇ, ਦੂਜੇ ਪਾਸੇ ਕਹਿੰਗੇ ਤੈਨੂੰ ਵੱਡਾ ਰੁਤਬਾ ਦਾਂਗੇ, ਵੱਡਾ ਸੂਬੇਦਾਰ ਕਿਸੇ ਸੂਬੇ ਦਾ ਬਣਾ ਦੇਵਾਂਗੇ, ਨੌਕਰ ਚਾਕਰ ਐਲਕਾਰ ਸੋਨਾ ਚਾਂਦੀ ਹੀਰੇ ਜਵਾਹਰ ਨੌਕਰ। ਤੂੰ ਜਵਾਨ ਹੋਏ, ਤੇਰੇ ਚਾਰ ਨਿੱਕਾ ਸੁੰਦਰ ਸ਼ਹਿਜ਼ਾਦੀਆਂ ਨਾਲ ਤੇਰੇ ਵਿਆਹ ਹੋਣਗੇ। ਐਸ਼ ਸ਼ਕਰ ਕੀ ਲੈਣਾ ਗੁਰਦੇਵ ਦੀ ਸਿੱਖੀ ਤੋਂ? ਕਹਿੰਦਾ ਦੋ ਚੀਜ਼ਾਂ, ਇੱਕ ਪਾਸੇ ਦੁਨਿਆਵੀ ਸੁੱਖ, ਦੂਜੇ ਪਾਸੇ ਆਰੇ ਤੀਖੇ ਦਿੰਦੇ। ਕਹਿੰਦੇ ਦੁਨਿਆਵੀ ਸੁੱਖ ਤਾਂ ਬੜੇ ਮਾਣੇ, पर आरे दे तीखे दंदे सवार चखिया। इदा कर दोनों चो एक चीज चुनी ना, आरे दे तीखे दंदे खा दे। चौंक च भाई मती दास दे शरीर लकड़ा जकड़ दिता है, दो तख्तियां च बन दिता है ताकि जो आरा चले शरीर अगे पिछे ना हो। चंगी तरह जकड़ के बन दिता है, सिर ते आरा रखिया, दो चार दंदे मारे, खून का फुहारा प्रगट हो गया, लहू नाल लथपथ हो गए। पर काजी देखो थर थर कंबल लग गए, अखां अड्डियां रह गई, ये हो की रहा है? जलाद भी घबरांदा पे, काजी थर थर कंबदा पे। ते उत्ते भाई मती दास ने जिहड़ी गल आखी, कहणगे दो उंगलां आरे पाया जदों चीर। मती दास जी बोलिया सुन काजी धर तीर। ओ काजी तू क्यों घबरा गया है, तू क्यों थर थर कंबदा पे? मन तां जी खुशी बड़ी वड्डी हुई है, ये आरा बड़ा प्यारा लगता पे, आरा प्यारा लगता कारा करो बनाए। तू आखदा दो टुकड़े की, तू मेरे शरीर दे
ਕਰੋੜਾਂ ਟੁਕੜੇ ਕਰਦੇ, ਬੰਦ ਕਰਦੇ, ਪਰ ਮੈਂ ਗੁਰੂ ਦੀ ਸਿੱਖੀ ਨਹੀਂ ਛੱਡਣੀ। ਟੁਕੜੇ ਇਸ ਸਰੀਰ ਦੇ ਕਰਦੇ ਲੱਖ ਕਰੋੜ, ਤਾਂ ਵੀ ਧਰਨਾ ਛੋੜ ਸਕ ਤੇਰੇ ਦੀਨ ਦੀ ਨਹੀਂ ਲੋੜ। ਆਰਾ ਪਿਆਰਾ ਲਗਦਾ ਕਾਰਾ ਕਰੋ ਬਣਾਏ, ਸਿਰ ਜਾਂਦਾ ਤੇ ਜਾਣਦੇ ਮੇਰਾ ਸਿੱਖੀ ਸਿਦਕ ਨਾ ਜਾਏ। ਇਹ ਮਹਾਨ ਸ਼ਹਾਦਤਾਂ ਹੋਈਆਂ, ਕੋਟਾਨ ਪ੍ਰਣਾਮ ਕਰੀਏ ਇਹਨਾਂ ਮਹਾਨ ਸ਼ਹੀਦਾਂ ਨੂੰ। ਇਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਸਰਦਾਰੀਆਂ ਸੁੱਖ ਮਾਣਦੇ ਪਏ ਹਾਂ। ਇਹੋ ਜਿਹੇ ਮਹਾਨ ਗੁਰੂ ਕਿਸੇ ਨੂੰ ਦੁੱਖ ਨਹੀਂ ਲੱਗਦਾ, ਦੁੱਖ ਸਭ ਵਿਸਾਰਨਾ, ਕੋਈ ਚਿੰਤਾ ਨਹੀਂ, ਸੱਚੀਆਂ ਖੁਸ਼ੀਆਂ ਤਾਂ ਵਰਦੀਆਂ ਪਈਆਂ। ਇਹ ਉਦੋਂ ਹੁੰਦੀ ਜਦੋਂ ਵਾਹਿਗੁਰੂ ਦੇ ਨਾਮ ਨੂੰ ਜਪਿਆ, ਸੰਭਾਲਿਆ। ਅੱਜ ਧੰਨ ਗੁਰੂ ਅਰਜਨ ਸਿੰਘ ਜੀ ਸਮਝਾਉਂਦੇ, ਮਨ ਪਿਆਰਿਆ ਮਿੱਤਰਾ ਜੀਓ, ਗੋਬਿੰਦ ਨਾਮ ਸੰਭਾਲੇ, ਤੂੰ ਗੋਬਿੰਦ ਨਾਮ ਨੂੰ ਜਪਿਆ ਕਰ, ਅੰਦਰ ਸੰਭਾਲਿਆ ਕਰ, ਅੰਦਰ ਸਿਮਰਿਆ ਕਰ, ਯਾਦ ਰੱਖਿਆ ਕਰ। ਮਨ ਪਿਆਰਿਆ ਜੀ ਮਿੱਤਰਾ, ਹਰ ਨਿਭ ਹੈ ਤੇਰੇ ਨਾਲੇ, ਹਰ ਦੁੱਖ ਵੇਲੇ, ਹਰ ਮੁਸੀਬਤ ਵੇਲੇ ਤੇਰੇ ਨਾਲ ਨਿਭੇਗਾ। ਜਦੋਂ ਸਰੀਰ ਵੀ ਤਿਆਗੇਗਾ, ਇਹ ਨਾਮ ਤੇਰੇ ਨਾਲ ਚੱਲੇਗਾ, ਹੋਰ ਕਿਸੇ ਨੇ ਤਾਂ ਜਾਣਾ ਨਹੀਂ ਨਾਲ। रसना जपिया एक नाम, इहा सुख आनंद करना, आगे जी कै संग काम इन नाल चलना। जे मार पिता सुतमीत ना पाई, मन ऊहा नाम तेरा संग सहाई। नाम नाल नित्ता है सदा सिमरना।